चलो। एक ओंकार सतनाम करता पुरख निरभउ निर्वैर अकाल मूरत अजूनी गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहगुरु 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 वाहे गुरु। आसा महला पंजवा। क्या सोवै नाम विसार, क्या सोवै नाम विसार। गाफल गहलिया क्या सोवै नाम विसार। गाफल गहलिया कितनी इत दरियाए वंजन वहंदिया। बोहिथड़ा हर चरण बोहिथड़ा हर चरण मन चढ़ लंघिया। आठ पहर गुण गा
साधु संगिया बोहिथड़ा हर चरण मन चढ़ लंगिया आठ पहर गुण गाए साधु संगिया रहा भोग भोग अनेक विण नावे सुनिया हर की भगत बिना मर मर रुनिया हर की भगत बिना मर मर रुनिया कपड़े भोग सुगंध तन मर्दन मालना बिन सिमरन तन छार सर पर चालना महा बिखम संसार विरले पेखिया महा बिखम संसार विरले पेखिया छूटन हर की शरण लेख नानक लिखिया बोहिथड़ा हर चरण मन चढ़ लंगिया आठ पहर गुण गाए साधु संगिया वाहिगुरु जी का खालसा वाहिगुरु जी की फतेह। हाँ जी, अज मैं देखा सी कि हरप्रीत भैन जी नहीं सी आ रहे ते मैं कहा सी चलो समाप्ति फिर कार सिंह जी कर लेंगे ते मैं बिस्मिल्लाह पढ़ लेना। हाँ जी, ते कार सिंह जी अज आ गए हो तो फिर अपना शुरू कर लो जड़ा 31वीं पौड़ी 32वीं पौड़ी। हाँ जी एक ओंकार सतगुर प्रसाद एक दो जीवों लख हो हैं लख हो लख 20 लख लख गेड़ा आखिया एक नाम जगदीश एतरा पत पवड़ियां चढ़िया होए आकीस सुन गल्लां आकाश की कीटां आई रीस नानक नदरी पाइया
कूड़ी कूड़ै ठीस। सुन गल्लां आकाश की, कीटां आई रीस। नानक नदरी पाईऐ, कूड़ी कूड़ै ठीस। कूड़ी कूड़े ठीस। हाँ जी, गरीब नवाज सतगुरु सच्चे पातशाह ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਪੌੜੀ ਦੇ ਵਿੱਚ ਇਦਾਂ ਲੱਗਦਾ ਕਿ ਜਿਹੜੀਆਂ ਪਿੱਛੇ 4 ਪੌੜੀਆਂ ਆਪਾਂ ਕਰਕੇ ਆਏ ਸੀ ਤੇ ਉਹਦੀ ਮੈਨੂੰ ਮਹਿਸੂਸ ਹੁੰਦਾ ਕਿ ਉਹਦੀ ਕੰਟੀਨਿਊਸ਼ਨ ਲੱਗਦੀ ਆ। ਹਾਂਜੀ, ਤੇ ਮਨੁੱਖ ਨੇ ਜੋ ਪਰਮਾਤਮਾ ਪ੍ਰਾਪਤੀ ਦਾ ਤਰੀਕਾ ਜਾਂ ਸੁਣਿਆ ਜਾਂ ਸਮਝਿਆ ਜਾਂ ਉਹ ਪ੍ਰਚਾਰਿਆ ਗਿਆ ਸੀ ਕਿ ਗਿਣਤੀਆਂ ਮਿਣਤੀਆਂ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਜਾਵੇ। ਕਈਆਂ ਲੋਕਾਂ ਨੇ ਤੇ ਮਾਲਾ ਦੇ ਮਣਕੇ ਬਣਾਇਆ ਸੀ ਕਿ 108 ਮਾਲਾ ਦੇ ਮਣਕੇ ਆ ਤੇ ਉਸ ਮਾਲਾ ਨੂੰ ਇੰਨੀ ਵਾਰ ਜਪਣਾ ਵਾ। ਇਹੋ ਜਿਹੇ ਵਿਧਾਨ ਜਿਹੜੇ ਸੀ ਗੁਰੂ ਸਾਹਿਬ ਨੇ ਆਮੀਨ ਇਹੋ ਲੋਕਾਂ ਦੇ ਪ੍ਰਚਾਰਕ ਉਹਨਾਂ ਨੇ ਬਣਾਏ ਹੋਏ ਸਨ, ਪਰ ਗੁਰੂ ਸਾਹਿਬ ਉਹਦੇ ਨਾਲ ਸਹਿਮਤ ਨਹੀਂ ਹਨ। ਗੁਰੂ ਸਾਹਿਬ ਕਹਿੰਦੇ ਵੀ ਜੇ ਇੱਕ ਜੀਵ ਹੋਵੇ ਤੇ ਇੱਕ ਨਹੀਂ ਬਲਕਿ ਲੱਖ ਹੋ ਜਾਣ ਤੇ ਉਹ ਇੱਕ ਇੱਕ ਜੀਵ ਜਿਹੜਾ ਲੱਖ ਲੱਖ ਵਾਰੀ ਪਰਮਾਤਮਾ ਦਾ ਨਾਮ ਸਿਮਰਨ ਕਰੇ ਤੇ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਤੇ ਉਹਦੇ ਕਈ ਕਈ ਗੇੜੇ, ਜਿਸ ਤਰ੍ਹਾਂ ਮਾਲਾ ਦਾ ਗੇੜਾ ਹੁੰਦਾ, ਸਰਕਲ ਹੁੰਦਾ, ਇਸ ਤਰ੍ਹਾਂ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਜੇ ਏਦਾਂ ਵੀ ਪਰਮਾਤਮਾ ਦਾ ਨਾਮ ਲੈਂਦੇ ਰਹੀਏ ਤੇ ਤਾਂ ਵੀ ਗੱਲ ਨਹੀਂ ਬਣਦੀ। ਤੇ ਗੁਰੂ ਸਾਹਿਬ ਕਹਿੰਦੇ ਇਹ ਤੇਰਾ ਉਹ ਕਿਹੜਾ ਰਾਹ ਵਾ, ਪਤ ਪੌੜੀਆਂ, ਪਤੀ ਨੂੰ ਮਿਲਣ ਦੀਆਂ ਜਿਹੜਾ ਰਾਹ ਵਾ, ਮਿਲਣ ਦੀ ਜਿਹੜੀ ਮੰਜ਼ਿਲ ਆ, ਉਹਦੀਆਂ ਜਿਹੜੀਆਂ ਪੌੜੀਆਂ ਨੇ, ਜੇ ਕੋਈ ਮਨੁੱਖ ਚੜ੍ਹੀਏ ਹੋਏ ਕੀਸ, ਉਹ ਕਿਹੜਾ ਤਰੀਕਾ ਵਾ ਕਿ ਅਸੀਂ ਪਰਮਾਤਮਾ ਨਾਲ ਇੱਕਮਿਕ ਹੋ ਸਕੀਏ। ਤੇ ਗੁਰੂ ਸਾਹਿਬ ਨੇ ਇਹ 'ਚ ਫਰਮਾਇਆ ਵੀ ਉਹ ਇੱਕ ਜਿਹਾ ਰਾਹ ਵਾ। ਭਾਵੇਂ ਇੱਥੋਂ ਨੇ ਐਕਸਪਲੇਨ ਨਹੀਂ ਕੀਤਾ ਕਿ ਮਨੁੱਖ ਨੂੰ ਆਪਣੀ ਹਉਮੈ ਮਾਰ ਕੇ ਗਿਣਤੀਆਂ ਮਿਣਤੀਆਂ ਛੱਡ ਕੇ ਵੀ ਉਹ ਜਿਹੜੀ ਹੈ ਨਾ ਸਿਮਰਨ ਕਰਨਾ ਚਾਹੀਦਾ, ਪਰਮਾਤਮਾ ਨਾਲ ਸਾਂਝ ਬਣਾਉਣੀ ਚਾਹੀਦੀ ਆ। ਹਾਂਜੀ, ਤੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਰੀਸ। ਗੁਰੂ ਸਾਹਿਬ ਕਹਿੰਦੇ ਕਿ ਮਨ ਨੂੰ ਏਦਾਂ ਸਮਝੋ ਕਿ ਕੋਈ ਕੀੜੀ ਹੋਵੇ, ਕੀਟ ਹੋਵੇ, ਤੇ ਜਦੋਂ ਆਕਾਸ਼ ਦੇ ਵਿੱਚ ਜਿਹੜੇ ਬੁਲੰਦੀ ਵਾਲੇ ਜਿਹੜੇ ਪੰਛੀ ਨੇ ਉਹਨਾਂ ਦੀ ਰੀਸ ਨਾਲ ਉੱਡਣ ਦੀ ਕੋਸ਼ਿਸ਼ ਕਰੇ। ਸਿਮਿਲਰਲੀ ਜਿਹੜੇ ਮੇਰੇ ਵਰਗੇ ਗਿਣੇ ਮਿਣੇ ਸਿਮਰਨ ਪਾਠ ਕਰਦੇ ਨੇ ਉਹ ਏਦਾਂ ਨੇ ਕਿ ਉਹ ਕੀੜਿਆਂ ਦੀ ਤਰ੍ਹਾਂ ਨੇ, ਉਹਨਾਂ ਨੂੰ ਚਾਅ ਆਇਆ ਵਾ ਕਿ ਮੈਂ ਵੀ ਇੰਨੀ ਉਡਾਰੀ, ਆਤਮਿਕ ਉਡਾਰੀ ਮਾਰਾਂ ਜਿੱਥੇ ਪਰਮਾਤਮਾ ਦੇ ਭਗਤ ਵੱਸਦੇ ਆ। ਪਰ ਜਿਹੜਾ ਉਹਦਾ ਤਰੀਕਾ ਵਾ ਗਿਣਤੀਆਂ ਮਿਣਤੀਆਂ ਦਾ, ਉਹ ਉਹਨੂੰ ਕਿਤੇ ਨਹੀਂ ਜਾਣ ਦੇਗਾ। ਨਾਨਕ ਨਦਰੀ ਪਾਈ ਹੈ, ਕੂੜੀ ਕੂੜੇ ਠੀਸ। ਹੇ ਨਾਨਕ, ਜੇ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ ਤੇ ਉਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਹੋਣੀ ਆ। ਉਹ ਇੱਕ ਥਾਟ ਪ੍ਰੋਸੈਸ ਆ। ਉਹ ਮਨੁੱਖ ਆਪਣੇ ਅੰਦਰ ਬੈਠੇ ਪਾਤਸ਼ਾਹ ਦੇ ਨਾਲ ਆਪਣਾ ਕਨੈਕਸ਼ਨ ਬਣਾ ਸਕਦਾ ਵਾ ਤੇ ਆਪਣੇ ਆਪ ਨੂੰ ਇਹ ਮਹਿਸੂਸ ਕਰ ਸਕਦਾ ਕਿ ਮੈਂ ਸੱਚੇ ਪਾਤਸ਼ਾਹ ਦੀ ਨਜ਼ਰ ਦਾ ਪਾਤਰ ਆ। ਤੇ ਜੇ ਉਹ ਗੱਲ ਨਾ ਬਣੀ ਤੇ ਮੰਨੋ ਕਿ ਕੂੜੀ ਕੂੜੇ ਠੀਸ, ਜਿਸ ਤਰ੍ਹਾਂ ਕੂੜੇ ਮਨੁੱਖ ਨੇ ਕੂੜੀ ਗੱਲ ਕਰਕੇ ਤੇ ਕੂੜੇ ਦਾ ਇੱਕ ਪਹਾੜ ਜਿਹੜਾ ਵਾ ਉਹ ਉਹਨੇ ਇਕੱਠਾ ਕਰ ਲਿਆ ਵਾ। ਪਰ ਜਿਹੜੀ ਗੱਲ ਅਸਲ 'ਚ ਆ ਉਹ ਨਜ਼ਰੀ ਨਾਲ ਪਰਮਾਤਮਾ ਦੀ ਨਜ਼ਰ ਦੇ ਦੁਆਰਾ ਹੀ ਪਰਮਾਤਮਾ ਨੂੰ ਪਾਇਆ ਜਾਂਦਾ ਵਾ। ਹਾਂਜੀ, ਥੈਂਕ ਯੂ। ਅਸੀਂ ਜਿੱਦਾਂ ਵੀਰ ਜੀ ਨੇ ਸ਼ੁਰੂ ਕੀਤੀ ਸੀ ਗੱਲ, ਪਈ ਦੇਖ ਕੇ ਆਏ ਕਿ ਜੋਗ ਮਿਲਾਪ ਦਾ ਤਰੀਕਾ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਪਿਛਲੀਆਂ ਪੌੜੀਆਂ 'ਚ ਸਾਨੂੰ ਦੱਸਿਆ।
ਮੁੰਦਾਂ ਸੰਤੋਖ ਭੁਗਤ ਗਿਆਨ ਭੰਡਾਰਾ ਕਿਹੋ ਜਿਹਾ ਹੈ ਮਾਲਕ ਦਾ। ਫਿਰ ਜਿਹੜੀਆਂ ਮਨੌਤਾਂ ਨੇ ਦੂਜੀਆਂ ਜਿਨ੍ਹਾਂ ਤੇ ਸਾਡੀ ਤਰੱਕੀ ਦਾ ਖੜੋਤ ਆ ਜਾਂਦਾ ਹੈ, we get stand still after hearing or paying attention to the neighbors, and we forget our own inclination. ਤੇ ਫਿਰ ਪਿਛਲੀ ਵਾਰੀ ਅਸੀਂ ਕੀਤਾ ਕਿ ਆਸਣ ਲੋਏ, ਉਹਦਾ ਆਸਣ ਜਿਹੜਾ ਹੈ ਉਹ ਲੋ ਦੇ ਵਿੱਚ ਹੈ। ਇਹ ਲੋੜ ਅਸੀਂ ਇਸ ਕਰਕੇ ਸਮਝਦੇ ਹਾਂ ਦੁਬਾਰਾ ਰਿਵਾਈਵ ਕਰਨ ਦੇ ਲਈ ਕਿ ਸਾਨੂੰ ਗੁਰੂ ਸਾਹਿਬ ਦੇ ਤਖਯਲ ਦੀ, ਉਹਨਾਂ ਦੇ ਜਿਹੜਾ ਮੈਂਟਲ ਪਲਾਈਟ ਹੈ ਉਹਦੀ ਸਮਝ ਆਉਂਦੀ ਹੈ। ਗੁਰੂ ਸਾਹਿਬ ਕਿੱਥੇ ਬੈਠ ਕੇ ਗੱਲ ਕਰ ਰਹੇ ਆ। ਸਾਰੀਆਂ ਪੌੜੀਆਂ ਅਸੀਂ 31ਵੀਂ ਪੌੜੀ ਅਸੀਂ ਕਰਦੇ ਪਏ ਹਾਂ ਕਿ 32ਵੀਂ ਪੌੜੀ ਕਰ ਰਹੇ ਹਾਂ। 32 ਪੌੜੀਆਂ ਹੋ ਗਈਆਂ। Was there any one instance where I had felt that there is some misconnection? No. ਕਿੰਨਾ ਸੋਹਣੇ ਤਰੀਕੇ ਦੇ ਨਾਲ ਇਹ ਜਿਸ ਤਰ੍ਹਾਂ ਇੱਕ ਐਕਸਪਰਟ ਮਾਂ ਹੁੰਦੀ ਏ, ਉਹ ਐਸੇ ਢੰਗ ਦੇ ਨਾਲ ਉਹਦਾ ਹੱਥ ਹੀ ਇੰਨਾ ਸਾਫ਼ ਹੁੰਦਾ ਹੈ ਪ੍ਰੈਕਟਿਸ ਕਿ ਜਦੋਂ ਵੀ ਰੋਟੀ ਬਣਾਉਂਦੀ ਏ, ਬੱਚਾ ਕਹਿੰਦਾ ਮੇਰੀ ਮਾਂ ਜੋ ਵੀ ਬਣਾਵੇ ਨਾ ਉਹ ਚੰਗਾ ਲੱਗਦਾ। ਤੇ ਇੱਥੇ ਗੋਰੇ ਕਹਿ ਦਿੰਦੇ ਉਹ ਆਈ ਲਾਈਕ ਮਾਈ ਮਮ ਮੇਕ ਐਨੀ ਸ਼ਿਟ ਆਈ ਲਾਈਕ ਇਟ। ਮਤਲਬ ਉਹਨਾਂ ਦਾ ਐਕਸਪ੍ਰੈਸ਼ਨ ਹੈ ਕੋਈ ਸਵਾਦ ਦੀ ਚੀਜ਼ ਵੀ ਬਣਾਏਗੀ ਉਹ ਵੀ ਸਵਾਦ ਬਣਾਉਂਦੀ ਹੈ। ਇਟਸ ਨਾਟ ਆਊਟ ਆਫ ਆਪਣਾ ਜਿਹੜਾ ਚਮਚਾਗਿਰੀ, ਨੋ। ਸੋਚਦੀ ਹੋਏਗੀ ਗੁਰੂ ਮਾਂ, ਗੁਰਦੇਵ ਮਾਤਾ, ਗੁਰਦੇਵ ਪਿਤਾ ਕਿ ਹਾਏ ਕਿਧਰੇ ਮੇਰਾ ਪੁੱਤਰ ਵੀ ਕਹਿ ਦੇਵੇ ਕਿ ਜੋ ਕੁਝ ਇਹਨੇ ਮੈਨੂੰ ਦਿੱਤਾ ਪਿਓ ਨੇ ਬੜਾ ਸੋਹਣਾ। ਇੰਸਟੈਡ ਮੇਰੇ ਸਵਾਲ ਖੜੇ ਹੋ ਜਾਂਦੇ ਆ, ਬਕਟ ਲਿਸਟ ਖੜੀ ਹੋ ਜਾਂਦੀ। ਮੈਂ ਇਹ ਸੁਣਿਆ ਛੋਟੇ ਤੋਂ, ਮੈਂ ਇਹ ਸਮਝਿਆ ਛੋਟੇ ਹੁੰਦਿਆਂ ਤੋਂ, ਇਹ ਕਿੱਥੋਂ ਆ ਗਿਆ। ਮੇਰੀ ਮਾਂ ਨਹੀਂ ਸੋਚਦੀ ਹੋਏਗੀ ਕਿ ਕਦੀ ਇਹ ਵੀ ਕਵੇ ਕਿ ਉਹ ਐਕਸਲੈਂਟ। ਫਿਰ ਜਦੋਂ ਮੈਂ ਪੋਜ਼ਿਟਿਵਿਟੀ ਦੇ ਐਂਗਲ ਦੇ ਨਾਲ ਦੇਖਾਂਗਾ ਤੇ ਮੈਨੂੰ ਸਾਰਾ ਕੁਝ ਹੀ ਸਵਾਦ ਲੱਗੇਗਾ। ਹੁਣ ਇਹ ਪੌੜੀ ਦੇ ਵਿੱਚ ਅਗਲੀ ਮੰਜ਼ਲ ਸ਼ੁਰੂ ਹੋਣੀ ਹੈ ਹੁਣ ਸਾਡੀ। ਨੈਕਸਟ, ਵਾਟ ਇਜ਼ ਨੈਕਸਟ? ਪਾਤਸ਼ਾਹ ਕਹਿੰਦੇ ਨੇ ਸੁਣ ਗੱਲਾਂ। ਐਂਡ ਅਗੇਨ ਅਸੀਂ ਜਿਹੜਾ ਮੋਡਸ ਰੱਖਿਆ ਆਪਣਾ ਕਿ ਹਰ ਇੱਕ ਪੌੜੀ ਦਾ ਐਂਡ ਜਿਹੜਾ ਹੈ ਉਹਦੇ ਤੇ ਪਹਿਲੇ ਅਸੀਂ ਕੰਟੈਂਪਲੇਟ ਕਰ ਲਈਏ, ਉਹਨੂੰ ਫੋਕਸ ਕਰੀਏ। ਸੁਣ ਗੱਲਾਂ ਆਕਾਸ਼ ਕੀ ਤੇ ਕੀਟਾਂ ਆਈ ਰੀਸ। ਇੱਥੇ ਕਰ ਸਿੰਘ ਜੀ ਬੇਨਤੀ ਕਰਨੀ ਸੀ, ਕੂੜੀ ਬਿੰਦੀ ਦੇ ਨਾਲ ਨਹੀਂ ਹੈ ਕਿਉਂਕਿ ਕੂੜੀ ਠੀਸ ਇਹਨੇ ਏਦਾਂ ਪੜਿਆ ਜਾਣਾ ਹੈ। ਕੂੜਾ ਝੂਠੇ ਦੀ, ਕੂੜਿਆਂ ਦੀ ਨਹੀਂ ਆਇਆ ਇੱਥੇ। ਜੇ ਕੂੜਿਆਂ ਦੀ ਹੋਏਗਾ ਤੇ ਫਿਰ ਝੂਠੀਆਂ ਗੱਪਾਂ ਹੋਣਗੀਆਂ, ਪਰ ਇੱਥੇ ਆਇਆ ਕੂੜੀ ਠੀਸ ਝੂਠੀ ਗੱਪ। ਸੋ ਮੈਨੂੰ ਏਦਾਂ ਸਮਝ ਆਉਂਦੀ, ਆਈ ਕੁਡ ਬੀ ਰੌਂਗ। ਸੋ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ। ਮਾਨੂ ਉਹ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਸਨ, ਜ਼ਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫਾ। ਬਈ ਨਿੱਕੀ ਜੀ ਕੋੜ ਕਿਰਲੀ ਤੇ ਸ਼ਤੀਰ ਨੂੰ ਜੱਫਾ ਪਾ ਕੇ ਕਹਿੰਦੀ ਵੀ ਮੈਂ ਫੜ ਲਿਆ ਸਾਰਾ, ਇਹ ਜਿਹੜੀ ਛੱਤ ਹੈ ਨਾ ਮੈਂ ਸਾਂਭੀ ਹੋਈ ਹੈ, ਇਹਨੂੰ ਮੈਂ ਡਿੱਗਣ ਨਹੀਂ ਦੇਣਾ। ਹੁਣ ਕੋੜ ਕਿਰਲੀ ਇਸੇ ਤਰ੍ਹਾਂ ਸੁਣ ਗੱਲਾਂ ਐਡੀਆਂ ਉੱਚੀਆਂ ਗੱਲਾਂ। ਕਿਹੜੀਆਂ ਉੱਚੀਆਂ ਗੱਲਾਂ?
ਅਕਾਲ ਪੁਰਖ ਦੀਆਂ, ਆਸਣ ਦੀ ਗੱਲ, ਪਿੱਛੇ ਸਾਰੀਆਂ ਗੱਲਾਂ ਕਰ ਲਈਏ, ਸੁਣੇ ਦੀ ਗੱਲ, ਮੰਨੇ ਦੀ ਗੱਲ, ਸਚਿਆਰ ਹੋਣ ਦੀ ਗੱਲ। ਮੈਂ ਮਾੜਾ ਜਿਹਾ ਰਸੋਈ ਚੋਂ ਇੱਕ ਨਿੱਕਾ ਜਿਹਾ ਟੌਡਲਰ ਹਾਂ, ਤੇ ਮਾਂ ਕਹਿੰਦੀ ਚੱਲ ਪੁੱਤ ਰਸੋਈ ਬਣਾਈਏ, ਸਬਜ਼ੀ ਬਣਾਈਏ, ਤੇ ਮੈਂ ਕਹਿੰਦੀ ਜਾ ਪੁੱਤ ਪਿਆਜ਼ ਲੈ ਕੇ ਆ, ਤੇ ਮੈਂ ਪਿਆਜ਼ ਫੜਾ ਕੇ ਸਮਝਦਾ ਕਿ ਮੈਂ ਸਾਰੀ ਕੁਕਿੰਗ ਕਰ ਲਈ, ਬੜਾ ਚੌੜਾ ਹੋ ਜਾਂਦਾ। ਸਾਈਕੀ ਮੇਰੀ ਇੱਕ ਬੱਚੇ ਦੀ ਸਾਈਕੀ ਵਾਂਗ। ਹੁਣ ਦੇਖਣਾ ਇਹ ਹੈ ਕਿ ਇਹ ਪਾਤਸ਼ਾਹ ਕੀ ਕਹਿ ਰਹੇ ਨੇ, ਇਹਦੇ ਚ ਬੜੀਆਂ ਭੇਤ ਭਰੀਆਂ ਗੱਲਾਂ ਨੇ, ਔਰ ਦੋ ਮੱਤ ਜਿਹੜੇ ਨੇ ਡਿਫਰੈਂਟ, ਅਸੀਂ ਉਹਦੀ ਗੱਲ ਕਰਾਂਗੇ ਅੱਜ। ਹੁਣ ਇੱਕ ਬੰਦਾ ਗਿਆ ਮਰੀਜ਼ ਡਾਕਟਰ ਦੇ ਕੋਲ, ਤੇ ਜਿਹੜੇ ਡਾਕਟਰ ਬੈਠੇ ਸਾਡੇ ਕੋਲ ਉਸ ਚੰਗੀ ਤਰ੍ਹਾਂ ਇਸ ਗੱਲ ਨੂੰ ਰਿਲੇਟ ਕਰ ਸਕਦੇ ਆ, ਉਹਨਾਂ ਨੂੰ ਬੜੀ ਚਿੱਪ ਚੜਦੀ ਏ ਇਹੋ ਜਿਹੇ ਮਰੀਜ਼ ਤੇ। ਮਰੀਜ਼ ਗਿਆ ਡਾਕਟਰ ਕੋਲ ਤੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਦਵਾਈ ਦੇ ਦਿਓ, ਮੈਨੂੰ ਬੜੀ ਤਕਲੀਫ ਹੈ, ਤੇ ਮੈਨੂੰ ਨਾ ਖਾਨਦਾਨੀ ਬਿਮਾਰੀ ਹੋਈ ਹੈ, ਤੇ ਮੇਰਾ ਬਾਪੂ ਕਹਿੰਦਾ ਸੀ, ਮੇਰੀ ਮਾਂ ਕਹਿੰਦੀ ਸੀ, ਔਰ ਮੇਰੇ ਜੀਨਸ ਨੇ ਭਈ ਇਹ ਬਿਮਾਰੀ ਲਾ ਇਲਾਜ ਹੈ, ਪਰ ਮੈਂ ਤੁਹਾਡੇ ਕੋਲ ਆ ਗਿਆ। ਚਲੋ ਠੀਕ ਹੈ, ਡਾਕਟਰ ਸਾਹਿਬ ਨੇ ਦਵਾਈ ਦੇ ਦਿੱਤੀ ਹੈ। ਹੁਣ ਫੇਰ ਆਂਦਾ ਉਹਦੇ ਡਾਕਟਰ ਸਾਹਿਬ ਨੇ 4 ਹਫ਼ਤੇ ਬਾਅਦ ਮੇਰੇ ਕੋਲ ਫੇਰ ਆਏ, ਬੜਾ ਸਿੰਸੀਅਰ ਹੈ, ਹਫ਼ਤੇ ਬਾਅਦ ਫੇਰ ਚਲਾ ਜਾਂਦਾ। ਕਹਿੰਦੇ ਸੁਣਾ ਵੀ ਕੀ ਹਾਲ ਹੈ? ਕਹਿੰਦਾ ਜੀ ਮੈਂ ਤੁਹਾਨੂੰ ਦੱਸਿਆ ਸੀ, ਮੈਂ ਤੇ ਛੋਟੇ ਹੁੰਦਿਆਂ ਸੁਣਿਆ ਹੋਇਆ ਕਿ ਇਹ ਬਿਮਾਰੀ ਲਾ ਇਲਾਜ ਹੈ। ਕਹਿੰਦੇ ਫਿਰ ਦਵਾਈ ਖਾਧੀ ਸੀ? ਕਹਿੰਦਾ ਨਹੀਂ ਖਾਣੀ, ਦਵਾਈ ਕਾਹਦੇ ਲਈ ਖਾਣੀ ਸੀ, ਦਵਾਈ ਵੀ ਨਹੀਂ ਖਾਧੀ, ਕਿਉਂਕਿ ਮੈਂ ਸੁਣਿਆ ਹੋਇਆ ਹੈ। ਤੇ ਫਿਰ ਤੂੰ ਡਾਕਟਰ ਦੇ ਕੋਲ ਕਿਉਂ ਆਇਆ? ਸੁਣੀ ਸੁਣਾਈ ਗੱਲ ਤੇ ਇੰਨਾ ਵੱਡਾ ਯਕੀਨ, ਪਰ ਜਿਹੜੀ ਗੱਲ ਸਾਹਮਣੇ ਪਈ ਹੈ ਉਹਦੇ ਤੇ ਯਕੀਨ ਕੋਈ ਨਹੀਂ। ਸੁਣੀ ਹੋਈ ਗੱਲ ਦੇ ਬੇਸ ਤੇ ਗੱਪ ਮਾਰ ਦੇਣੀ, ਝੂਠੀਆਂ, ਤੇ ਜੋ ਕੁਝ ਆਬਵੀਅਸ ਹੈ, ਐਪਰੈਂਟ ਹੈ, ਉਹਦੇ ਤੇ ਯਕੀਨ ਕੋਈ। ਹੁਣ ਮੈਂ ਵੀ ਉਹਨਾਂ ਕੀੜਿਆਂ ਵਰਗਾ ਹੀ ਆ, ਹੰਸਾਂ ਦੇਖ ਤਰੰਦਿਆਂ ਬੱਗਾ ਵੀ ਆਇਆ ਚਾ। ਲੈ ਬਈ ਕਲਾਸ ਲਾਉਂਦੇ ਨੇ, ਬੜਾ ਵਧੀਆ ਹੁੰਦਾ ਕਲਾਸ ਲਾਈ ਦੀ, ਤੇ ਲੈ ਬਈ ਪਾਠ ਕਰੀਦਾ, ਵਿਚਾਰ ਕਰੀਦੀ, ਆਨੰਦ ਆ ਜਾਂਦਾ, ਕਿਆ ਬਾਤ ਹੈ ਜੀ। ਤੇ ਅਸੀਂ ਵੀ ਸ਼ੁਰੂ ਕਰ ਲਿਆ, ਤੇ ਕਹਿੰਦੇ ਡੁੱਬ ਮੂਏ ਬੱਗ ਬੱਪੜੇ, ਸਿਰ ਤਲ ਉੱਪਰ ਪਾਉ। ਕਿਧਰੇ ਮੈਂ ਇਹੋ ਜਿਹੀ ਰੀਸ ਤੇ ਨਹੀਂ ਕਰਨੀ ਕਿ ਲੋਕ ਸਚਿਆਰ ਬਣਦੇ ਪਏ ਨੇ ਤੇ ਮੈਂ ਵੀ ਬਣ ਜਾ। ਮੇਰਾ ਦੋਸਤ ਆਇਆ ਸਾਹਮਣੇ, ਉਹਦਾ ਜਿਹੜਾ ਡਿਸਪੋਜੀਸ਼ਨ, ਉਹਦੀ ਫਿਜ਼ੀਕਲ ਜਿਹੜੀ ਬਣਤਰ ਹੈ ਇਹੋ ਜਿਹੀ ਹੈ ਕਿ ਉਹਦਾ ਮੂੰਹ ਭਖਦਾ ਲਾਲ ਹਰ ਵੇਲੇ, ਤੇ ਮੈਂ ਘਰ ਆ ਕੇ ਤੇ ਚਪੇੜਾ ਮਾਰਨੀਆਂ ਸ਼ੁਰੂ ਕਰ ਦੇਣਾ ਕਿ ਮੈਂ ਵੀ ਆਪਣਾ ਮੂੰਹ ਲਾਲ ਕਰ ਲੈਣਾ, ਰੀਸ ਕਰਨੀ। ਪਾਤਸ਼ਾਹ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ, ਸੋਚਿਆ ਕਦੀ? ਗੱਲਾਂ ਬਾਤਾਂ, ਗੱਲੀ ਬਾਤੀ ਮੈਂ ਵੱਡੀ, ਸਿਆਣੇ ਕਹਿੰਦੇ ਸੀ, ਤੇ ਕਰਤੂਤੀ ਵੱਡੀ ਜਠਾਣੀ। ਗੱਲੀ ਅਸੀਂ ਚੰਗੀਆਂ, ਪਰ ਆਚਾਰੀ ਬੁਰੀਆਂ। ਕਦੋਂ ਮੈਂ ਇਹੋ ਜਿਹਾ ਐਨਾਲਿਸਿਸ ਆਪਣੇ ਲਈ ਕੀਤਾ, ਜਿੱਥੇ ਮੈਂ ਕਾਲਿੰਗ ਅ ਸਪੇਡ ਕਰ ਰਿਹਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਤਾਂ ਕਾਲੀਆਂ, ਪਰ ਬਾਹਰ ਚਿਤਵੀਂ, ਅੰਦਰ ਕਾਲਖ ਭਰੀ ਪਈ ਹੈ, ਬਾਹਰ ਚਿਟਵੀਆਂ। ਪਾਤਸ਼ਾਹ ਕਹਿੰਦੇ ਨਾ ਬੱਗਾ ਬੱਗੇ ਕੱਪੜੇ ਦੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਸੱਜਣ ਨੂੰ ਜਦੋਂ ਉਪਦੇਸ਼ ਦਿੰਦੇ ਨੇ, ਕੋਈ ਤੂੰ ਕੀ ਹੈ ਪਹਿਰਾਵਾ ਜਿਹਾ ਪਾਇਆ ਹੋਇਆ ਹੈ। ਸਾਡੀ ਸਾਰੀ ਕਲਰਜੀ ਕਲਾਸ ਜਿਹੜੀ ਹੈ ਇਹ ਵੇਲੇ ਸ਼ਬਦਾਂ ਦੀ ਵਿਚਾਰ ਉਦਾਂ ਨਹੀਂ ਕਰਦੀ,
ਕਿਉਂਕਿ ਉਹਨਾਂ ਤੇ ਅਪਲਾਈ ਹੁੰਦੀ ਹੈ। ਮਨੁੱਖ ਸੁਧਾ ਕਾਲੀਆਂ ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾ ਕੁੜੀ ਕੁੜਿਆ ਠੀਸ, ਰੀਸਾਂ ਕਰੇ ਤਿਨਾੜੀਆਂ, ਉਹਨਾਂ ਦੀਆਂ ਰੀਸਾਂ ਕਰਦੀਆਂ ਜੋ ਸੇਵੇਂ ਦਰ ਖੜੀਆਂ। Who have been blessed by ਵਾਹਿਗੁਰੂ ਜੀ, ਉਹ ਜਿਸ ਤਰ੍ਹਾਂ ਦੀ ਸੇਵਾ ਕਰਦੇ ਨੇ, ਮੈਂ ਉਹਨਾਂ ਦੀ ਰੀਸ ਕਰਕੇ ਸੇਵਾ ਕਰ ਰਿਹਾ। Is it my story or it is someone else's? I have to ask myself. ਇੱਕ ਇੱਕ ਤੁਕ ਜਿਹੜੀ ਹੈ ਮਰ ਜਾਣ ਦੇ ਕਾਬਿਲ ਹੈ ਬਾਣੀ ਦੇ ਵਿੱਚ। ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ, ਜਿਹੜੀਆਂ ਉਹ ਸੇਵੇਂ ਦਰ ਖੜੀਆਂ ਨੇ, they are amalgamated with ਵਾਹਿਗੁਰੂ ਜੀ and me। ਕਹਿ ਭਾਗੇ ਕੀ ਮੂਲੀ ਸੈਨਾ ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨਣੀਆਂ। ਨਾਨਕ ਜਨਮ ਸਕਾਰ ਥਾ, ਜੇ ਤਿੰਨ ਕੈ ਸੰਗ ਮਿਲਾ। ਮੇਰਾ ਜਨਮ ਧਨ ਹੋ ਜਾਏ ਜੇ ਮੈਂ ਉਹਨਾਂ ਦੀ ਰੀਸ ਕਰਾਂ। ਪਰ ਅਸੀਂ ਤੇ ਆਚਾਰੀ ਬੁਰੀਆਂ ਵਾਂ। ਔਰ ਕਿਉਂਕਿ ਇਹ ਪਲੂਰਲ ਦੇ ਵਿੱਚ ਹੈ, ਮੈਂ ਉਹਦੇ ਅਰਥ ਉਸ ਤਰ੍ਹਾਂ ਹੀ ਕਰ ਰਿਹਾ, ਪਰ ਇਹ ਮੇਰੇ ਤੇ ਇੰਪਲਾਈ ਹੁੰਦਾ। I have to find out ਕਿ ਮੈਂ ਵੀ ਤੇ ਏਦਾਂ ਹੀ ਆ, ਗੱਲੀ ਅਸੀਂ ਚੰਗੀਆਂ, ਚਾਰੀ ਬੁਰੀਆਂ ਵਾਂ। ਤੇ ਫਿਰ ਪਾਤਸ਼ਾਹ ਕਹਿੰਦੇ ਨੇ ਕਿ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਤੇ ਕਹਿੰਦੇ ਨਾਨਕ ਨਦਰੀ ਪਾਈ ਹੈ। ਬਾਟਮ ਲਾਈਨ ਇਜ਼, ਉਹਦੀ ਬਖਸ਼ਿਸ਼ ਦਾ ਪਾਤਰ ਤੈਨੂੰ ਬਣਨਾ ਪੈਣਾ ਹੈ ਪੁੱਤਰ। ਹੁਣ ਮੈਂ ਕਿਹੜੇ ਕਿਹੜੇ ਕੰਮ ਕਰਾਂ ਜਿਹਦੇ ਨਾਲ ਮੈਨੂੰ ਤੇਰੀ ਮਿਹਰ ਮਿਲ ਜਾਏ। ਅਸੀਂ ਜਪਜੀ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਮੈਂ ਕਿਹੜੇ ਕਿਹੜੇ ਕੰਮ ਕਰਾਂ। ਐਂਡ ਪਾਰਡਨ ਮੀ, ਆਈ ਐਮ ਚੈਕਿੰਗ ਮੇਰੇ ਸਾਥੀਆਂ ਦੀ ਪ੍ਰੈਜ਼ੈਂਸ ਆਫ ਮਾਈਂਡ। ਮੈਂ ਉਹ ਵੀ ਦਿੱਤਾ ਹੈ, ਹਿੰਟ ਦਿੱਤਾ ਹੈ, ਕਿਹੜੀਆਂ ਤੁਕਾਂ ਨੇ ਜਿਨ੍ਹਾਂ ਦੇ ਵਿੱਚ ਇਹ ਜ਼ਾਹਰ ਹੁੰਦਾ ਹੈ ਕਿ ਮੈਂ ਤੇਰੀ ਬਖਸ਼ਿਸ਼ ਦਾ ਪਾਤਰ ਬਣਾ। ਲਵ ਐਂਡ ਟੋਟਲ ਸਬਮਿਸ਼ਨ, ਲਵ ਐਂਡ ਹਾਂਜੀ, ਲਵ ਐਂਡ ਟੋਟਲ ਸਬਮਿਸ਼ਨ। ਨਹੀਂ ਮੈਂ ਸੌਰੀ, ਮੈਂ ਸਵਾਲ ਠੀਕ ਨਹੀਂ ਕਰ ਸਕਿਆ। ਮੈਂ ਕਿਹਾ ਜਪਜੀ ਅਸੀਂ ਰੋਜ਼ ਪੜ੍ਹਦੇ ਹਾਂ, ਕਿਹੜੀਆਂ ਤੁਕਾਂ ਦੇ ਵਿੱਚ ਇਹ ਗੱਲ ਜ਼ਾਹਰ ਹੁੰਦੀ ਹੈ? ਸੁਣਿਆਂ ਦੀਆਂ ਪੌੜੀਆਂ ਥੀਮ ਨਹੀਂ ਪੁੱਛਿਆ। ਨੇ, ਮੰਨੇ ਦੀਆਂ ਪੌੜੀਆਂ ਵਿੱਚ, ਸੁਣਿਆਂ ਦੀਆਂ ਪੌੜੀਆਂ ਵਿੱਚ ਉਸਨੂੰ ਨਹੀਂ, ਸੁਣਨਾ ਉਹਦੇ ਹੁਣ ਤੁਸੀਂ ਕਹੋਗੇ ਸਾਰੇ ਜਪਜੀ ਵਿੱਚ। Not yet. Anyone? ਹੁਕਮ ਰਜ਼ਾਈ ਚੱਲਣਾ। ਓਕੇ, ਹੁਕਮ ਰਜ਼ਾਈ ਚੱਲਣੇ ਦੇ ਵਿੱਚ ਮੈਨੂੰ ਨਜ਼ਰ ਮਿਲ ਗਈ। ਮੇਰਾ ਸਵਾਲ ਹੈ ਕਿ ਕਿਹੜੀਆਂ ਪੌੜੀਆਂ ਦੇ ਵਿੱਚ ਨਜ਼ਰ ਦੀ ਮੈਂ ਕਿਹੜੀ ਗੱਲ ਕਰਾਂ ਕਿ ਮੈਨੂੰ ਤੇਰੀ ਬਖਸ਼ਿਸ਼ ਹੋ ਜਾਏ? ਜੱਟ ਪਹਾੜ ਵਾਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਹਾਂਜੀ, ਗੁਰੂ ਸਾਹਿਬ ਨੇ ਪ੍ਰੋਸੈਸ ਦੱਸੀ ਆ ਕਿ ਤੂੰ ਆ ਕਰ ਹਾਂਜੀ, ਲੇਗਾ ਤੇ ਜਿਨ ਕੋ ਨਜ਼ਰ ਕਰਮ ਤੇ ਇਨਕਾਰ ਹੋ ਜਾਏਗਾ, ਨਾਨਕ ਨਜ਼ਰੀ ਇੱਥੇ ਨਜ਼ਰ। ਇੱਕ ਇਹ ਤੇ ਪਰ ਅਖੀਰਲੀ ਸਾਡੇ ਜਿੰਨੇ ਵੀ ਪਾਠ ਕਰਨ ਵਾਲੇ ਆ ਨਾ, ਮਾਫ ਕਰਨਾ, ਉਹਨਾਂ ਨੂੰ ਅਖੀਰਲੀ ਪੌੜੀ ਦੇ ਅਰਥ ਹਾਲੇ ਤੱਕ ਨਹੀਂ ਆਉਂਦੇ। ਉਹਨਾਂ ਨੇ ਜਪਜੀ ਦੀ ਸੰਥਿਆ ਵੀ ਲਈ ਹੋਏਗੀ, ਸਾਰਾ ਕੁਝ ਹੋਏਗਾ। ਅੱਛਾ, ਆਪਾਂ ਜਰਾ ਧਿਆਨ ਮਾਰੀਏ ਮਾੜਾ ਜਿਹਾ ਭਈ ਜਿਹੜਾ ਪਹਿਲੀ ਪੌੜੀ ਉਹਦੇ ਚ ਕੀ ਪੜ੍ਹਦੇ ਆ ਆਪਾਂ? ਕੋਈ ਪਾਠ ਕਰੂਗਾ?
सोचै सोचे नहीं, पहली पौड़ी सोचै सोचना हो भाई ये सोचे लखवा हाँ जी चुप्पे चुपै भाई ये लाए राह देवता भुखिया हाँ जी भुखना उतरी ये बनना प्रिया बार साहस सियाणपा लख होए ਤਾਂ ਇੱਕ ਨਾ ਚੱਲੇ। ਇਹ ਹੋ ਗਈਆਂ ਪ੍ਰਚਲਿਤ ਤਰੀਕੇ ਉਹਦੀ ਬਖਸ਼ਿਸ਼ ਹਾਸਲ ਕਰਨ ਦੇ। ਪਰ ਗੁਰੂ ਸਾਹਿਬ ਨਾਲ ਹੀ ਉਹਨੂੰ ਨੇਗੇਟ ਕਰੀ ਜਾਂਦੇ ਨੇ ਕਿ ਨਹੀਂ ਉਹ ਵੀ ਨਹੀਂ ਚੱਲੇਗਾ, ਉਹ ਵੀ ਨਹੀਂ ਹੋਏਗਾ, ਇਹ ਵੀ ਨਹੀਂ ਹੋਏਗਾ। ਤੇ ਫਿਰ ਸਵਾਲ ਪਾਇਆ ਉਹਨਾਂ ਨੇ, ਫਿਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ, ਮੂੰਹੋਂ ਕਿ ਬੋਲਣ ਬੋਲੇ, ਜਿੱਤ ਸੁਣ ਧਰੇ ਪਿਆਰ। ਇਹ ਮਿਲਦਾ ਜੁਲਦਾ ਨਹੀਂ ਇਸ ਸਵਾਲ ਦੇ ਨਾਲ। ਤੇ ਮੈਨੂੰ ਨਜ਼ਰ ਕਿਵੇਂ ਮਿਲੇਗੀ, ਤੇਰੀ ਬਖਸ਼ਿਸ਼ ਕਿਵੇਂ ਮਿਲੇਗੀ। ਤੇ ਫਿਰ ਅੰਮ੍ਰਿਤ ਵੇਲਾ ਜਵਾਬ ਵੀ ਹੈਗਾ, ਵਡਿਆਈ ਵਿਚਾਰ ਕਰਮੀ ਆਵੇ ਕਪੜਾ, ਨਦਰੀ ਮੁਖ ਦੁਆਰ, ਨਾਨਕ ਏਵੇਂ ਜਾਣੀ ਹੈ ਸਭ ਆਪਿਸ ਚਾਰ। sorry my bad ਬੰਨਾਪੁਰੀਆ ਪਾਤਸ਼ਾਹ ਸਿਆਣਪਾ ਇੱਕ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾ। ਇਹ ਸਾਡਾ ਅਕਸਰ ਗੋਲ ਰਹਿੰਦਾ ਕਿ ਮੈਂ ਸਚਿਆਰ ਕਿਵੇਂ, ਸਚਿਆਰ ਹੋ ਗਿਆ ਤੇ ਮੈਨੂੰ ਕੀ ਹੋਏਗਾ, ਨਦਰ। ਸਚਿਆਰ ਹੋਏਗਾ ਤੇ ਕੀ ਹੋਏਗਾ, ਘੜੀਆ ਸ਼ਬਦ ਸੱਚੀ ਟਕਸਾਲ। Isn't it? मैं गलत सोच रहा? Correct me, please, afterwards. ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ, ਉਹਦੀ ਬਖਸ਼ਿਸ਼ ਦੇ ਨਾਲ ਪਾਇਆ ਜਾ ਸਕਦਾ ਹੈ, otherwise there is no way। ਹੁਣ ਇੱਥੇ ਕਿਧਰੇ ਵੀ ਕਰਮ ਨਹੀਂ ਹੈਗਾ, ਇੱਥੇ ਕਰਮ ਮੈਂ ਕਰ ਚੁੱਕਾ ਜਿਹੜੇ ਕਰਨੇ ਸੀ, ਹੁਣ ਮੈਂ ਉਡੀਕ, ਮੈਂ ਇਮਤਿਹਾਨ ਦੇ ਬੈਠਾ, ਹੁਣ ਮੈਨੂੰ ਰਿਜ਼ਲਟ ਚਾਹੀਦਾ। ਖਿਆਲ ਰਹੇ, ਅਸੀਂ ਬਹੁਤ ਥਾਵਾਂ ਤੇ ਭੁਲੇਖਾ ਖਾਂਦੇ ਆ ਜੀ, ਨਹੀਂ ਕਰਮ ਪਹਿਲੇ ਹੈ ਕਿ ਨਦਰ ਪਹਿਲੇ ਹੈ, ਨਹੀਂ ਜੀ ਨਦਰ ਪਹਿਲੇ ਹੁੰਦੀ ਹੈ, ਕਰਮ ਕਿੱਥੇ ਆ ਗਿਆ। ਪਰ ਗੁਰਬਾਣੀ ਦੇ ਵਿੱਚ ਜਦੋਂ ਵਿੱਚ ਵੜਾਂਗੇ ਸਾਰੀ ਗੱਲ ਜਿਹੜੀ ਹੈ ਉਹ ਕ੍ਰਿਸਟਲ ਕਲੀਅਰ ਹੈ। ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਬਾਕੀ ਸਭ ਕੂੜ ਦੀਆਂ ਗੱਲਾਂ ਨੇ, ਕਿਉਂਕਿ ਸੁਣ ਕੇ ਅਸਮਾਨ ਦੀਆਂ ਗੱਲਾਂ ਤੇ ਮੈਂ ਵੀ ਚੱਲ ਪਿਆ ਉਸ ਪਾਸੇ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਨਦਰ ਦਾ ਪਾਤਰ ਕਿਵੇਂ ਬਣਨਾ, ਮੈਂ ਇਹ ਵੀ ਖਿਆਲ ਕਰ ਲਈਏ। ਗੁਰੂ ਦੀ ਹੁਣ ਸਾਰੀ ਬਾਣੀ ਦਾ ਨਿਚੋੜ ਹੈ, ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲਣਾ। ਯਾਦ ਹੈ ਅਸੀਂ ਇੱਕ ਫੈਂਸ ਦੀ ਗੱਲ ਕੀਤੀ ਹੋਈ ਹੈ ਕਿ ਇਹ ਫੈਂਸ ਸਾਡੇ ਕੋਲ ਹੋਣੀ ਚਾਹੀਦੀ ਹੈ। ਤੇ ਮੈਂ ਆਪਣੀ ਉਮੀਦ ਨੂੰ ਵਧਾਉਣਾ ਨਹੀਂ ਚਾਹੁੰਦਾ। ਇਹ ਮਾਰਗ ਚੱਲੇ ਭਾਈੜੇ, ਗੁਰ ਕਹੈ ਸੁਕਾਰ ਕਮਾਈ ਜਿਓ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਵ ਜਿਓ, ਇਉਂ ਪਾਵੇਂ ਹਰਦਰ ਸਾਵੜਾ, ਨਾ ਲੱਗੇ ਤੱਤੀ ਵਾਓ। ਟੋਟੈਲਿਟੀ ਦੇ ਵਿੱਚ ਮੈਂ ਆਪਣਾ ਫੋਕਸ ਗੁਰੂ ਤੇ ਕਰ ਲਵਾਂ, ਦੈਟਸ ਇਟ। ਜੋ ਗੁਰ ਕਹਿ ਰਿਹਾ ਉਹੀ ਕੰਮ ਕਰਾਂ, ਜੋ ਗੁਰ ਕਹੈ ਸੋ ਭਲਾ ਕਰ ਮਾਨਿਆ, ਹਿਕਮਤ ਹੁਕਮ ਚੁਕਾਈ ਹੈ, ਉਹ ਵਾਲੀ ਗੱਲ। ਫਿਰ ਗੁਰੂ ਦੇ ਇਹਦੇ ਨਾਲ ਇੱਕ ਹੋਰ ਵੀ ਸਵਾਲ ਆ ਜਾਂਦਾ ਕਿ ਮੈਂ ਉਹਦੇ ਦਰਸ਼ਨ ਕਿਵੇਂ, ਸਾਡੇ ਚ ਬੜਾ ਪ੍ਰੋਬਲਮ ਹੈ ਇਸ ਗੱਲ ਦੀ ਕਿ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਨੇ ਨੇ। ਦਰਸ਼ਨ ਦੇ ਮਹਿਣੇ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਨਾਲ ਨੇ, ਇੱਕ ਦਰਸ਼ਨ ਫਿਲਾਸਫੀ, ਖੱਟ ਦਰਸ਼ਨ ਜਿੱਥੇ ਆਉਂਦਾ ਹੈ, 6 ਦਰਸ਼ਨ ਤੇ ਸਾਡਾ ਦਰਸ਼ਨ ਕਿਹੜਾ ਹੈ, ਤੇ ਇੱਕ ਦਰਸ਼ਨ ਹੈ ਦੇਖਣਾ, ਡਿੱਠਾ। ਦਰਸ਼ਨ ਦੇਖ ਜੀਵਾ ਗੁਰ ਤੇਰਾ,
उथे देखना, मैं तेरे दर्शन किवें करा, तेरे दर्शन को बल जाई, उथे तेरे दर्शन। हुण ओ दर्शन किवें होणगे, बड़ा भुलेखा है सानू। दर्शन परसे गुरु के जन्म मरण रुमाला चुक के दर्शन कर। एक्चुअल दे विच ਜਿਉਂ-ਜਿਉਂ ਮੈਂ ਗੁਰੂ ਜੀ ਦੇ ਗੁਣਾਂ ਨੂੰ ਇਨਕਲਕੇਟ ਕਰਦਾ, ਜਿਉਂ-ਜਿਉਂ I try to imbibe Guru's qualities, Guru's peculiarities, Guru's attributes, I become closer or ready for darshan, or I am doing darshan. ਜਿਉਂ-ਜਿਉਂ ਮੈਂ ਇਨਕਲਕੇਟ ਕਰਦਾ, ਇਹ ਖਿਆਲ ਰਹੇ। ਇਹ ਕੁਝ ਚੀਜ਼ਾਂ ਹੁਣ, ਕਿਉਂਕਿ ਹੁਣ ਨਜ਼ਰ ਕਿਵੇਂ ਮਿਲੇਗੀ ਮੈਨੂੰ, ਜਦੋਂ ਮੈਂ ਉਹਦੀਆਂ ਕੁਆਲਿਟੀਜ਼ ਨੂੰ ਆਪਣੇ ਅੰਦਰ ਇੰਬਾਈਬ ਕਰਨਾ। ਹੁਣ ਜਦੋਂ ਫੇਰ ਗੱਲ ਕਰਦੇ ਆ, ਵਾਪਸ ਆਈਏ ਤੇ ਇੱਕ ਦੂਜੀ ਬਾਂ ਲੱਖ ਹੋਏ, ਲੱਖ ਹੋਵੇਂ ਲੱਖ ਵੀ। ਇਹ ਦੁਨਿਆਵੀ ट्रेंड है कि साडे गुआंढियां ने कहा जी कि इन्नी, हुण गुआंढी की साडे अंदर भी वड़ गया वो काम कि तुसी इन्नी देर ऐस शब्द दा रटन करो। पातशाह कहंदे ने भई एक दू जीबों लख होए, लख होवें लख। हुण एक जीब तो लख होए, इत्थे थोड़ी जी ग्रामर की गल करते चलीए। इत्थे खखे नू मुक्ता है, खखा मुक्ता है, इहदा मतलब है प्लूरल है कि एक जीव तो लख जीबां हो जाण, ते लख होवें लख 20 शब्द अंक दा लिखाया गया ना, ते लखां तो 20 लख हो जाण। इमेजिन ਹੁਣ ਗੁਰੂ ਸਾਹਿਬ ਨੇ ਇਹ ਗੱਲ ਕਿਉਂ ਕਹੀ ਹੈ ਕਿ ਕੋਈ ਗੁਆਂਢੀ ਧਰਮਾਂ ਦੇ ਵਿੱਚ ਇਹ ਮਨੌਤ ਸੀਗੀ ਕਿ ਜੀ ਸ਼ੇਸ਼ ਨਾਗ ਉਹਦੇ 1000 ਮੂੰਹ ਨੇ, ਤੇ ਉਹ ਇਸ ਤਰ੍ਹਾਂ ਨਾਮ ਲੈਂਦਾ, 1000 ਮੂੰਹਾਂ ਤੋਂ ਰੱਬ ਜੀ ਦਾ ਨਾਮ ਲੈਂਦਾ ਹੈ, ਤੇ ਇਹ ਵੀ ਮੇਕ ਸ਼ੋਰ ਕਰਦਾ ਹੈ ਕਿ ਜਿਹੜੇ ਕੱਲ ਨਾਮ ਲਏ ਸਨ ਉਹ ਅੱਜ ਨਹੀਂ ਲੈਣੇ। ਇਹ ਮਨੌਤ ਸੀ ਉਹਨਾਂ ਦੀ। ਗੁਰੂ ਸਾਹਿਬ ਉਹਦੀ ਗੱਲ ਕਰ ਰਹੇ ਨੇ, ਓਏ ਤੁਸੀਂ 1000 ਦੀ ਗੱਲ, ਤੇ ਗੱਲ ਫਿਰ ਉਹਦੀ ਗੱਲ ਫਿਰ ਵੀ ਨਹੀਂ ਬਣਦੀ ਨਾ। ਐਂਡ ਰਿਜ਼ਲਟ ਸੀ ਕਿ ਸ਼ੇਸ਼ ਨਾਗ ਦੀ ਗੱਲ ਫਿਰ ਵੀ ਨਹੀਂ ਬਣਦੀ। ਸੋ ਗੁਰੂ ਸਾਹਿਬ ਕਹਿੰਦੇ ਵੀ ਇਹ ਵੀ ਸੋਚੋ, ਇੱਕ ਦੂ ਜੀਬਾਂ ਲੱਖ ਹੋਏ, ਇੱਕ ਜੀਬ ਤੋਂ ਲੱਖ ਜੀਬਾਂ ਹੋ ਜਾਣ, ਲੱਖ ਜੀਬ ਤੋਂ 20 ਲੱਖ ਹੋ ਜਾਣ, ਤੇ 20 ਲੱਖ ਜੀਬਾਂ ਲੱਖ ਲੱਖ ਗੇੜਾ। ਹੁਣ ਇੱਥੇ ਲੱਖ ਦੇਖੋ ਕਿਹੜਾ, ਇੱਥੇ ਔਂਕੜ ਵਾਲਾ ਲੱਖ। ਜਦੋਂ ਵੀ ਬੇਅੰਤਤਾ ਦੀ ਗੱਲ ਆਈ ਏ ਔਰ ਗਿਣਤੀ ਵਾਚਕ ਆਇਆ ਤੇ ਗੁਰੂ ਸਾਹਿਬ ਨੇ ਉੱਥੇ ਔਂਕੜ ਲਾਤਾ ਹੈ, ਅੰਕਵਾਚਕ। ਜੁਗ ਹਰ ਜੁਗ ਜੁਗ ਭਗਤ ਉਪਾਇਆ, ਉੱਥੇ ਇੱਕ ਯੁੱਗ ਦੀ ਗੱਲ ਨਹੀਂ ਹੈ, ਕਈ ਯੁਗਾਂ ਦੀ ਗੱਲ ਹੈ ਤੇ ਔਂਕੜ ਲੱਗਾ। ਲੱਖ ਲੱਖ ਗੇੜਾ ਆਖੀਆਂ ਲੱਖਾਂ ਵਾਰੀ। ਅੱਛਾ, ਗੇੜਾ ਜਿਹੜਾ ਕਰ ਸਿੰਘ ਨੇ ਗੱਲ ਕੀਤੀ ਸੀ ਮਾਲਾ ਦੀ, ਹੁਣ ਇਹ ਸਾਰੀ ਗੱਲ ਜਿਹੜੀ ਹੈ ਇਹ ਸ਼ੇਸ਼ਨਾਗ ਦੀ ਗੱਲ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਇੰਨੀ ਵਾਰੀ ਗਾਇਤਰੀ ਦਾ ਜਾਪ ਕਰ ਲਓ, ਓਮ ਭੂਰ ਭਵਾ ਸਵਾਹਾ ਤਤ ਸਵਿਤੁਰਵਰੇਨਿਯਮ, 2.5 ਪਦਿਆਂ ਦਾ ਗਾਇਤਰੀ ਮੰਤਰ ਹੈ। ਭ੍ਰਿਗੋ ਦਿਵਾਸ ਧੀਮਹਿ ਧਿਓ ਨਾ ਪ੍ਰਚੋਦਿਆਤ। ਜਾਂ ਜੀ ਤੁਸੀਂ ਹਨੂਮਾਨ ਚਾਲੀਸੇ ਦਾ ਪਹਿਲਾ ਪਾਠ ਜਿਹੜਾ ਪਹਿਲੇ ਬੰਦ, ਉਹ ਤੁਸੀਂ ਮਾਲਾ ਤੇ ਫਰੀ ਚਲੋ ਤੇ ਤੁਹਾਡੀ ਗਤੀ ਹੋ ਜਾਣੀ। 108 ਵਾਰੀ ਪੜ੍ਹ ਲੈਣਾ ਤੁਸੀਂ ਕਿ ਬੁੱਧੀਹੀਨ ਤੈਨੂੰ ਜਾਣ ਕੇ ਮਨ ਸਿਮਰੋ ਪਵਨ ਕੁਮਾਰ, ਬਲ ਬੁੱਧੀ ਵਿਦਿਆ ਦਿਓ ਮੋਹਿ ਹਰੋ ਕਲੇਸ਼ ਵਿਕਾਰ। ਚੱਲ ਕਿ ਇਹ ਸਿਰਫ ਮੰਨਿਆ ਕੁਛ ਨਹੀਂ। ਪਾਤਸ਼ਾਹ ਇਸ ਗੱਲ ਨੂੰ ਕਹਿੰਦੇ ਵੀ ਇਹ ਗੱਪ ਹੈਗੀ ਹੈ ਸਾਰੀ। ਜੇ ਤੂੰ ਬੋਲਿਆ ਨਾ ਤੇ ਸਾਰ ਰਸਨਾ ਜਲ ਜਾਉ ਜਿਨ ਹਰ ਕਾ ਨਾਮ ਵਿਸਾਰਿਆ, ਸਮਥਿੰਗ
ਕਹਿੰਦੇ ਜਾਂ ਜਲ ਜਾਓ ਜੀਵਨ ਨਾਮ ਬਿਨਾ, ਏਦਾਂ ਲੱਖ ਲੱਖ ਗੇੜਾ ਆਖੀਆਂ ਇੱਕ ਨਾ। ਉਹ ਤੁਸੀਂ ਮਾਲਾ ਦੀ ਗੱਲ ਪਏ ਕਰ ਦਿਓ। ਤੁਸੀਂ ਦੇਖੋ ਵੀ ਅਸੀਂ ਕਿੰਨਾ ਮਾੜਾ ਕੀਤਾ ਹੈ। ਔਰ ਆਪਣੀ ਗਲਤੀ ਨੂੰ, ਕੋਈ ਨਿਆਣਾ ਗਲਤੀ ਕਰਕੇ ਆਵੇ ਨਾ, ਅਸੀਂ ਉਹਦੇ ਖਹਿੜੇ ਪੈ ਜਾਂਦੇ ਆ ਕਿ ਤੂੰ ਮਾਫੀ ਮੰਗ। ਮਾਫੀ ਮੰਗਣ ਤੋਂ ਬਾਅਦ ਖਬਰਦਾਰ ਜੇ ਗਲਤੀ ਕੀਤੀ, ਜੇ ਤੂੰ ਗਲਤੀ ਕੀਤੀ ਤੇ ਮੈਂ ਤੈਨੂੰ ਬੇਦਖਲ ਕਰ ਦੇਣਾ। ਡਿਪੈਂਡਸ ਅਪਨ ਡਾਇਰਨੈਸ ਆਫ ਗਲਤੀ। ਪਰ ਅਸੀਂ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ। ਅਸੀਂ ਗੁਰੂ ਨਾਨਕ ਨੂੰ ਕੋਈ ਤਸਵੀਰ ਉਹਦੀ ਹੱਲ ਵਾਂਦੇ ਦੀ, ਕੋਈ ਵਿਚਾਰ ਗੋਸ਼ਟੀ ਕਰਦੇ ਦੀ ਕੁਛ ਨਹੀਂ ਹੈਗਾ ਸਾਡੇ ਕੋਲ। ਸਾਡੇ ਕੋਲ ਕੀ ਹੈ, 5-7 ਮਾਲਾਂ ਅਸੀਂ ਰੱਖਿਆ, ਗੜਵਾ ਦੇਤਾ ਉਹਨੂੰ। ਉਹ ਖੱਪਰ ਜਿਹੜਾ ਪਾਤਸ਼ਾਹ ਨੇ ਮਨਾ ਕੀਤਾ, ਉਹ ਖੱਪਰ ਦੇਤਾ, ਗੜਵਾ ਦੇਤਾ। ਫਿਰ ਉਹਦੇ ਇੱਕ ਇੱਥੇ ਮਾਲਾ ਰੱਖਤੀ, ਇੱਕ ਗਲੇ ਚ ਪਾਤੀ, ਇੱਕ ਹੱਥ ਚ ਫੜਾਤੀ ਕਿ ਕੱਢੋ ਹਾਂ, ਕਿੱਥੋਂ ਕੱਢਦੇ ਹੋ। ਤੁਸੀਂ ਦੇਖੋ ਕਿ ਅਸੀਂ ਕਿੰਨੇ ਚੰਗੇ ਆ ਅਸੀਂ ਭਗਤ, ਆਪਣੇ ਪਿਓ ਦੇ ਬੱਚੇ। ਤੇ ਜੇ ਕਿਸੇ ਨੂੰ ਅਸੀਂ ਕਹਿਤਾ ਗਲਤੀ ਦੇ ਨਾਲ, ਜਿਹਨੂੰ ਸਮਝ ਆ ਗਈ ਇਸ ਗੱਲ ਦੀ, ਉਹਨੂੰ ਗਲਤੀ ਦੇ ਨਾਲ ਕਹਿਤਾ ਕਿ ਮੂਰਤੀ ਆਪਣੇ ਘਰੋਂ ਚੱਕ, ਤੇ ਉਹ ਕਹਿੰਦਾ ਜੀ ਇਹ ਤੇ ਮੇਰੀ ਸ਼ਰਧਾ ਹੈ ਨਾ, ਕੀ ਫਰਕ ਪੈਂਦਾ, ਮੈਨੂੰ ਸਮਝ ਤੇ ਆ ਗਈ ਹੈ। ਅਸੀਂ ਇਸ ਤਰ੍ਹਾਂ ਦੇ ਕੂੜੀ ਕੂੜਾ ਠੀਸ ਗੱਲੀ ਅਸੀਂ ਚੰਗੀਆਂ। ਪਾਤਸ਼ਾਹ ਕਹਿੰਦੇ ਲੱਖ ਲੱਖ ਗੇੜਾ ਆਖਿਓ, ਲੱਖਾਂ ਵਾਰੀ ਤੂੰ 20 ਲੱਖ ਜੀਭਾਂ ਦੇ ਨਾਲ ਲੱਖ ਲੱਖ ਵਾਰੀ ਉਹਦਾ ਨਾਮ ਲੈ, ਏਕ ਨਾਮ ਜਗਦੀਸ਼। ਪਰ ਕਹਿੰਦੇ ਗੱਲ ਤਾਂ ਵੀ ਨਹੀਂ ਆ ਬਣਨੀ, ਕਿਉਂਕਿ ਇਸ ਰਸਤੇ ਦੇ ਵਿੱਚ ਪਤੀ ਨੂੰ ਮਿਲਣ ਦੇ ਲਈ, ਉਸ ਰੱਬ ਜੀ ਦੀਆਂ, ਉਸ ਖਸਮ ਦੀਆਂ ਪੌੜੀਆਂ ਜਿਹੜੀਆਂ ਨੇ ਨਾ, ਸਟੈਪ ਵਾਈਜ਼ ਤੈਨੂੰ ਚੜ੍ਹਨਾ ਪਏਗਾ। ਕਿਹੜੀਆਂ ਪੌੜੀਆਂ? ਜਿਹਦੀ ਆਪਾਂ ਹੁਣੇ ਗੱਲ ਕੀਤੀ ਹੈ ਕਿ ਉਹਦੇ ਗੁਣ। ਪਰ ਅਸੀਂ ਕੀ ਕਰਦੇ ਹਾਂ, ਸਾਨੂੰ ਘੋਟ ਕੇ ਦੇ ਦਿੱਤਾ ਕਿ ਇਹ ਲਓ ਤੁਸੀਂ ਇਹਦਾ ਜਾਪ ਕਰੋ, ਇਹ ਸ਼ਬਦ ਪੜ੍ਹ ਲਓ, ਇਹ 50 ਵਾਰੀ ਪੜ੍ਹ ਲਓ, 101 ਵਾਰੀ ਪੜ੍ਹ ਲਓ, ਇਹ ਕੋਤਰੀ ਕਰ ਲਓ, ਇਹ ਜਪਜੀ ਕਰ ਲਓ, ਇਹ ਇੰਨੇ ਪਾਠ ਰੱਖ ਲਓ, ਤੇ ਇਸ ਤੋਂ ਵੀ ਵੱਧ ਸਤਨਾਮ ਵਾਹਿਗੁਰੂ ਜਾਂ ਵਾਹਿਗੁਰੂ ਜਾਂ ਕੋਈ ਇੱਕ ਅੱਖਰ ਦਾ ਸਿਮਰਨ ਕਰ ਲਓ। ਸੇਮ ਗੱਲ ਹੋ ਰਹੀ ਹੈ। ਟੈਲ ਮੀ ਇਫ ਆਈ ਐਮ ਰੋਂਗ, ਕਿ ਪਾਤਸ਼ਾਹ ਕਹਿ ਰਹੇ ਨੇ ਕਿ ਏਦਾਂ ਚੜੀਆ ਹੋਈ 21। ਅੱਛਾ, ਹੋਏ 21 ਇੱਕ ਈਸ਼, ਇੱਕ ਰੱਬ ਦੇ ਨਾਲ ਇੱਕ ਮਿਕ ਹੋਣ ਦਾ ਤਰੀਕਾ। ਇਸ ਰਸਤੇ ਤੇ ਪੌੜੀਆਂ ਚੜ੍ਹਨੀਆਂ ਨੇ। ਤੋਂ ਇਹਦੇ ਚ 2 ਤਰ੍ਹਾਂ ਦੇ ਨਾਲ ਅਰਥ ਮਿਲਦੇ ਨੇ ਵਿਦਵਾਨਾਂ ਦੇ। ਇੱਕ ਕਹਿੰਦੇ ਨੇ ਏਤ ਰਾਹ ਪਤ ਪੌੜੀਆਂ ਚੜੀਐ, ਪਤੀ ਦੀਆਂ ਪੌੜੀਆਂ, ਪਤੀ ਦੇ ਰਾਹ ਦੀਆਂ ਪੌੜੀਆਂ ਚੜੀਏ, ਖਸਮ ਪ੍ਰਭੂ ਦੀਆਂ ਪੌੜੀਆਂ ਚੜੀਏ। ਤੇ ਹੋਏ ਕੀਸ਼, ਇੱਕ ਈਸ ਇੱਕ ਦੇ ਨਾਲ ਜੁੜ ਜਾਾਂਗੇ। ਹੁਣ ਇੱਥੇ ਜਿਹੜੀ ਅਗਲੀ ਗੱਲ ਆਉਂਦੀ ਹੈ, ਸਾਂਖ ਮਤ ਇੱਕ ਮਤ ਹੋਇਆ ਹੈ, ਉਹਨਾਂ ਨੇ ਸਿਰਫ ਸੰਖਿਆ ਦੀ ਗੱਲ ਕੀਤੀ ਹੈ। I must mention it। ਤੇ ਭਈ ਸਾਡੇ 10 ਗਿਆਨ ਇੰਦਰੀ ਆ, ਉਹਨਾਂ ਦੇ ਅੱਗੇ 10 ਜਿਹੜੇ ਆ ਉਹ ਸਭ ਸਰਵੇਂਟਸ ਨੇ। ਸੋ 20 ਟੋਟਲ ਇੰਦਰੀਆ ਹੋ ਗਏ ਜਿਹੜੇ ਕੰਮ ਕਰਦੇ ਨੇ ਸਾਡਾ। ਤੇ ਫਿਰ ਕਹਿੰਦੇ ਭਈ ਇੱਕ ਜਿਹੜਾ ਹਉਮੈ 21 ਹੋ ਗਏ, ਉਹ 21 ਨੂੰ ਏਦਾਂ ਵੀ ਲੈਂਦੇ ਆ। 21 ਹੋ ਗਏ, ਤੇ ਜੇ 21 ਹੋ ਗਏ ਨਾ, ਜਦੋਂ ਹਉਮੈ ਵਾਲੇ 21 ਹੋ ਗਏ, ਹੁਣ 20 ਇੱਕ ਨੇ, 20 ਇਕੱਠੇ ਨੇ, ਟੁਗੇਦਰ ਨੇ, ਉਹਨਾਂ ਚ +1 ਹਉਮੈ ਵਾਲਾ ਕਰ ਦਿਓ, ਤੇ ਤੁਸੀਂ ਸਾਰਾ ਕੁਝ ਜਿਹੜਾ ਹੈ ਉਹ ਹਉਮੈ ਦੀਆਂ ਗੱਲਾਂ ਕਰੋਗੇ। ਤੇ ਜੇ ਇੱਕ ਪਰਮਾਤਮਾ ਐਡ ਕਰ ਦਿਓ, ਇਟਸ ਯੋਰ ਚੋਇਸ। 20 ਗਿਆਨ ਇੰਦਰੀ ਤੁਹਾਡੇ ਉਹੀ ਨੇ, ਦੇ ਆਰ ਸਟੈਟਿਕ, ਪਰ ਉਹਦੇ ਜੇ ਪਰਮਾਤਮਾ ਐਡ ਕਰ ਦਿਓ, ਤੇ ਫਿਰ ਸਾਡੀ ਸਾਰੀ ਸ਼ਕਤੀ ਜਿਹੜੀ ਹੈ ਇੰਦਰੀਆਂ ਦੀ, ਉਹ ਉਸ ਪਾਸੇ ਲੱਗ ਜਾਂਦੀ ਹੈ।
ਹੁਣ ਅਸੀਂ ਇਹ ਦੇਖਣਾ ਕਿ ਇਹ ਸਾਨੂੰ ਕਿਸ ਤਰ੍ਹਾਂ ਭਰਮਾਉਂਦਾ ਹੈ। ਪਾਤਸ਼ਾਹ ਕੀ ਕਹਿਣਾ ਚਾਹੁੰਦੇ ਨੇ ਕਿ ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ ਇਕੀਸ਼, ਮੈਂ ਆਪਣੀ ਅਵੇਅਰਨੈਸ ਦੇ ਵਿੱਚ ਇਹ ਕੰਮ ਕਰਾਂ ਜਾਂ ਦੇਖਾ ਦੇਖੀ ਚ ਇਹ ਕੰਮ ਕਰਾਂ। ਤੇ ਗੁਰੂ ਸਾਹਿਬ ਤੇ ਕਾਲ ਤੇ ਉਹਨਾਂ ਇੱਕ ਗੱਲ ਬੜੀ ਵਧੀਆ ਚੇਤੇ ਆਉਂਦੀ ਹੈ ਕਿ ਭਾਈ ਮਨਸੁਖ ਜੀ ਲੰਕਾ ਪਹੁੰਚੇ ਹੋਏ ਸਨ ਤੇ ਗੁਰੂ ਸਾਹਿਬ ਵੀ ਉੱਥੇ ਗਏ। ਗੁਰੂ ਸਾਹਿਬ ਵਾਸ ਅ ਪਲੈਨਰ ਤੇ ਰਾਜਾ ਸ਼ਿਵਨਾਭ ਸੀਗਾ ਤੇ ਗੁਰੂ ਸਾਹਿਬ ਜਦੋਂ ਉਹਨੂੰ ਮਿਲੇ ਤੇ ਉਹ ਕਹਿੰਦਾ ਜੀ ਕਿ ਮੈਂ ਬਹੁਤ ਨਿਹਾਲ ਹੋਇਆ ਤੁਹਾਡੇ ਦਰਸ਼ਨ ਕਰਕੇ, ਦਰਸ਼ਨ ਦੇ ਕੇ ਕੀ ਵਡਿਆਈ, ਤੇ ਇਹ ਦੱਸੋ ਕਿ ਮੈਂ ਤੁਹਾਨੂੰ ਕੁਝ ਭੇਟ ਦੇਣੀ ਚਾਹੁੰਦਾ ਵੀ ਤੁਸੀਂ ਇੰਨੀ ਕਿਰਪਾ ਕੀਤੀ ਹੈ, ਇੰਨੀ ਦੂਰ ਆ ਕੇ ਦਰਸ਼ਨ ਦਿੱਤੇ ਜੇ। ਅਸੀਂ ਵੀ ਕਰਦੇ ਹਾਂ ਇਸ ਤਰ੍ਹਾਂ, ਸਾਡੇ ਘਰ ਚਰਨ ਪਾਓ ਜੀ ਤੇ ਲਿਫਾਫਾ ਲਓ ਜੀ ਜਾਂ ਲਿਫਾਫੇ ਲਓ ਜੀ। ਤੇ ਗੁਰੂ ਸਾਹਿਬ ਕਹਿੰਦੇ ਅੱਛਾ ਵੀ ਕੀ ਦੇਣਾ ਹੈ? ਕਹਿੰਦਾ ਜੀ ਜੋ ਤੁਸੀਂ ਹੁਕਮ ਕਰੋ, ਮੇਰਾ ਸਾਰਾ ਰਾਜ ਲੈ ਲਓ। ਗੁਰੂ ਸਾਹਿਬ ਕਹਿੰਦੇ ਨਹੀਂ। ਫਿਰ ਕਹਿੰਦੇ ਜੀ ਮੇਰਾ ਸਰੀਰ ਲੈ ਲਓ। ਗੁਰੂ ਸਾਹਿਬ ਕਹਿੰਦੇ ਨਹੀਂ। ਫਿਰ ਕਹਿੰਦਾ ਜੀ ਮੇਰਾ ਮਨ ਲੈ ਲਓ। ਕਹਿੰਦੇ ਵੀ ਨਹੀਂ। ਕਹਿੰਦਾ ਜੀ ਫਿਰ ਜੋ ਹੁਕਮ ਕਰੋ ਮੈਂ ਹਾਜ਼ਰ ਕਰ ਦੇਣਾ। ਗੁਰੂ ਸਾਹਿਬ ਕਹਿੰਦੇ ਭਈ ਮੈਨੂੰ ਇਹ ਜਿਹੜਾ ਤੂੰ ਮੈਂ ਕਰਦਾ ਪਿਆ ਨਾ, ਮੇਰਾ ਸਰੀਰ, ਮੇਰਾ ਮਨ, ਮੇਰਾ ਰਾਜ, ਇਹ ਦੇ ਦੇ, ਮੈਂ ਦੇ ਸਿਰਫ। ਕਿੰਨਾ ਪਾਰਦਰਸ਼ੀ ਹੈ ਮੇਰਾ ਮਾਲਕ। ਜੇ ਮੈਂ ਤੈਨੂੰ ਦੇ ਦਿੱਤੀ, ਗੁਰੂ ਸਾਹਿਬ ਦਾ ਤੇ ਕੁਝ ਨਹੀਂ ਸਵਰਨਾ, ਨੀਦਰ ਬੈਨੀਫਿਟਡ ਔਰ ਲਾਸ, ਪਰ ਜਿਨੇ ਦੇ ਦਿੱਤੀ ਉਹਦਾ ਕੀ ਬਣੇਗਾ? ਤੂੰ ਕਰਤਾ ਤੂੰ ਹੁਆ, ਮੁਝ में रहा ना हूं। ਇਹ ਮੈਂ ਇੰਨਾ ਤੰਗ ਕਰਦੀ ਹੈ कि जब आपा पर का मिट गया जत देखा तत तू। सोचिए ना। सो सुन गल्लां आकाश की, कीटां आई रीस ते नानक नदरी पाई है ते कूड़ी कूड़ा ठीस। बाकी सारियां गप्पां ने। मेरा फोकस होना चाहिए कि मैं तेरी बख्शिश का पात्र किवें बना। ਅੱਜ ਦੇ ਕਲਾਸ ਚੋਂ ਜੇ ਮੇਰਾ ਇਹ ਟੇਕ ਹੋਵੇ ਕਿ ਹਾਊ ਡੂ ਆਈ ਬਿਕਮ ਵਨ ਵਿਦ ਯੂ, ਤੇ ਵਨਨੈਸ ਦੇ ਲਈ ਮੈਨੂੰ ਤੇਰੀ ਬਖਸ਼ਿਸ਼ ਜ਼ਰੂਰੀ ਹੈ। ਨਹੀਂ ਤੇ ਮੈਨੂੰ ਕੋਈ ਲਾਭ ਨਹੀਂ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, अधिक अहम बुद्ध बांते, प्यारे इन बिद मिलन ना जाए। मैं दुनियावी तरह दे नाल जो दुनिया कर रही है मैं वो नहीं करना चाहता, इन बिद मैं नहीं करना चाहता। हार भरियो स्वामी के द्वारा दीजे बुद्ध बबेका। पातशाह कहंदे ने बाणी च, कहंदे कि दीन गवाया दुनी स्यों ते दुनी ना चाली सा। लोग ये करते हैं इस करके मैं भी ये करना। पातशाह कहंदे इहदी कोई लोड़ नहीं तैनू, भाव कुहाड़ा मारिया गाफल अपने आप। एक होर थां ते पातशाह कहंदे नानक दुनिया कैसी होई, सालक मित्र ना रहे कोई। श्लोक 12 ते वधीक दे विच है। भाई बंदी हेत चुकाया, यह गल गौरतलब है, दुनिया कारण दीन गवाया। दीन बिसारे रे दीवाने, दीन बिसारे रे। मैं कहना मैं धर्मी हाँ, मैं नहीं गवाया होया कुछ भी। हुण बाणी की जांदी, मैं की करा? मैं कहना कि मैं रोज क्लास लेना, मैं रोज पाठ करदा, बला बला बला, एवरी डे आई कीप ऑन सेइंग दैट। पर मैं जे बाणी पढ़ा, वो कहंदा दीन बिसारे रे दीवाने, दीन बिसारे रे। पेट भरियो
पशुआ ज्यों सोयो है, मेरी गल है। मानस जन्म ते हारे, तू हार के चले चले जुआरी दोए हाथ चार। इन्नी कुछ समझ आती है जी इस पौड़ी चों। होर बड़ा कुछ हैगा कि की कर सकते हैं भई, सुनाने असी दुनिया नू। पातशाह कहते ने मुल्ला मनारे क्या चढ़े साई ना बहरा होए। ਅਸੀਂ ਉੱਚੀ ਉੱਚੀ ਕਰਕੇ ਸੁਣਾਉਣਾ ਚਾਹੁੰਦੇ ਹਾਂ, ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਪਰ ਲੋੜ ਹੈਗੀ ਹੈ ਸਾਨੂੰ ਇਹ ਸਮਝਣ ਦੀ ਕਿ ਮੈਂ ਤੈਨੂੰ ਕੀ ਪੇਸ਼ ਕਰਾਂ ਕਿ ਮੈਂ ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾ। ਕਿਹੜੇ ਅਲਫਾਜ਼ ਮੂੰਹੋਂ ਬੋਲਾਂ ਕਿ ਮੈਂ ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾ। ਜੇ ਤੇਰੀ ਬਖਸ਼ਿਸ਼ ਹੋ ਗਈ, ਮੈਨੂੰ ਪਤਾ ਹੈ, I should be aware of it। ਜੇ ਮੈਂ ਤੇਰੀ ਬਖਸ਼ਿਸ਼ ਦਾ ਪਾਤਰ ਬਣ, if I attain your blessings by acting upon your virtues, by ਜਿਹੜੇ ਆ imbibing your virtues, ਤੇ ਮੈਂ ਤੂੰ ਤੇ ਨਜ਼ਰ ਲੈ ਕੇ ਬੈਠਾ, you are ready to give, you are looking for my readiness। if I'm ready, bingo, get it। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਇੰਨੀ ਗੱਲ ਜੀ। Any questions? Any take? What's my take? Any sharing? ਮੇਰੇ ਕੋਲ ਜਿੱਦਾਂ ਜਿੱਦਾਂ ਸਜੈਸ਼ਨਸ ਆਉਂਦੇ ਆ ਸਾਥੀਆਂ ਦੇ, ਮੈਂ ਉਦਾਂ ਉਦਾਂ ਆਓ ਜੀ। हाँ जी, करिए राम जी जी। एक ओंकार सतनाम करता पुरख निरभउ निर्वैर, अकाल मूरत आजुनी सैभं गुर प्रसाद। एक ओंकार सतनाम करता पुरख निरभउ निर्वैर, अकाल मूरत आजुनी सैभं गुर प्रसाद। एक ओंकार सतनाम करता पुरख निरभउ निर्वैर, अकाल मूरत आजुनी सैभं गुर प्रसाद। एक ओंकार सतनाम करता पुरख निरभउ निर्वैर, अकाल मूरत आजुनी सैभं गुर प्रसाद। आसा महला पंजवा। विसर नाही तू सास गरासा, विसर नाही तू सास गरासा, विसर नाही तू सास गरासा, विसर नाही तू सास गरासा। तुझ बिन और नाही मैं दूजा, तू मेरे मन माही, तुझ बिन और नाही मैं दूजा, तू मेरे मन माही। तू साजन संगी प्रभ मेरा, काहे जी डराही। तू साजन संगी प्रभ मेरा,
काहे जी डराही, विसर नाही तू सास गरासा, विसर नाही तू सास गरासा। तुमरी ओट तुम्हारी आसा, तुमरी ओट तुम्हारी आसा, बैठत उठत सोवत जागत, विसर नाही तू सास गरासा। बैठत उठत सोवत जागत, विसर नाही तू सास गरासा। रहाओ राख राख चरण प्रभ अपनी, अगन सागर विकराला। राख राख शरण प्रभ अपनी, अगन सागर विकराला। नानक के सुख दाते सतगुर, हम तुमरे बाल गोपाला। नानक के सुख दाते सतगुर, हम तुमरे बाल गोपाला। विसर नाही तू सास गरासा, विसर नाही तू सास गरासा। तुमरी ओट तुम्हारी आसा, तुमरी ओट तुम्हारी आसा। बैठत उठत सोवत जागत, विसर नाही तू सास गरासा। बैठत उठत सोवत जागत, विसर नाही तू सास गरासा। विसर नाही तू सास गरासा, विसर नाही तू सास गरासा। वाहेगुरु 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 वाहे जियो, वाहेगुरु 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 वाहे जियो, वाहेगुरु 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 वाहे जियो। वाहिगुरु जी का खालसा, वाहिगुरु जी की वाहिगुरु जी की फतेह।